ਸਾਡੇ ਜਿਹੜਾ ਹੈਗਾ ਇਹ ਜਨਾਨੀ ਔਰ ਇਹਦਾ ਹਸਬੈਂਡ ਦੋਨੇ ਆਰਡੀ ਦੇ ਔਰ ਐਫਡੀ ਦੇ ਪੈਸੇ ਇਕੱਠੇ ਕਰਦੇ ਸੀ। ਸਾਨੂੰ ਨਹੀਂ ਪਤਾ, ਵਿਸ਼ਵਾਸ ਵੀ ਦੇ ਕੇ ਸਾਤੋਂ ਲੈ ਜਾਂਦੇ ਸੀ, ਕਿਤੇ ਸਿਗਨੇਚਰ ਵੀ ਨਹੀਂ ਕਰਾਉਂਦੇ। ਇਹਨਾਂ ਨੇ ਸਾਡੇ ਨਾਲ ਧੋਖਾਧੜੀ ਕਰੀ ਆ, ਪੈਸੇ ਡਾਕਖਾਨੇ ਜਮ੍ਹਾਂ ਨਹੀਂ ਕਰਾਏ, ਆਪਣੇ ਅਕਾਊਂਟਾਂ ਵਿੱਚ ਹੀ ਜਮ੍ਹਾਂ ਕਰਾਉਂਦੇ ਰਹੇ। ਕਿੰਨੇ ਕੁ ਲੋਕਾਂ ਨੇ ਤੁਸੀਂ ਪੈਸੇ ਹੁਣ ਤੱਕ ਕਿੰਨੇ ਕੁ ਪੈਸੇ ਮੋੜ ਚੁੱਕੇ ਹੋ? ਮੈਂ 50 ਲੱਖ ਦੇ ਕਰੀਬ, ਲਗਭਗ 50 ਲੱਖ ਦੇ ਕਰੀਬ ਵਾਪਸ ਕਰ ਚੁੱਕਿਆ ਹਾਂ। ਮਾਪੇ ਪਾਈ ਜੋੜ ਕੇ ਰੱਖਦੇ ਨੇ ਤਾਂ ਜੋ ਕਿ ਉਹਨਾਂ ਦੇ ਬੱਚਿਆਂ ਦਾ ਭਵਿੱਖ ਸੰਵਰ ਸਕੇ, ਪਰ ਜਦੋਂ ਉਹਨਾਂ ਨੂੰ ਇਹ ਪਤਾ ਲੱਗੇ ਕਿ ਜਿੱਥੇ ਉਹ ਆਪਣੀ ਜਮ੍ਹਾਂ ਪੂੰਜੀ ਜੋੜ ਕੇ ਰੱਖ ਰਹੇ ਨੇ ਉੱਥੋਂ ਦੇ ਏਜੰਟ ਹੀ ਉਹਨਾਂ ਦੀ ਕਮਾਈ ਹੜੱਪ ਕਰ ਰਹੇ ਨੇ ਤਾਂ ਉਹਨਾਂ ਦੇ ਦਿਲ ਤੇ ਕੀ ਬੀਤੇਗੀ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਰੂਪਨਗਰ ਦੇ ਡਾਕਘਰ ਤੋਂ, ਜਿੱਥੇ ਕਿ ਲੋਕਾਂ ਵੱਲੋਂ ਪੈਸੇ ਜਮ੍ਹਾਂ ਕਰਵਾਏ ਜਾਂਦੇ ਸਨ, ਪਰ ਲੋਕਾਂ ਦਾ ਦੋਸ਼ ਹੈ ਕਿ ਉੱਥੋਂ ਦੀ ਇੱਕ ਮਹਿਲਾ ਏਜੰਟ ਵੱਲੋਂ ਉਹਨਾਂ ਦਾ ਕਰੋੜਾਂ ਰੁਪਈਆ ਗਬਨ ਕਰ ਲਿਆ ਗਿਆ, ਜਿਸ ਤੋਂ ਬਾਅਦ ਲੋਕਾਂ ਵੱਲੋਂ ਅੱਜ ਥਾਣੇ ਵਿੱਚ ਇਸ ਦੀ ਰਿਪੋਰਟ ਦਰਜ ਕਰਵਾਈ ਗਈ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਕਾਰਵਾਈ ਆਰੰਭ ਕਰ ਦਿੱਤੀ ਹੈ। ਕੀ ਨਾਮ ਹੈ ਜੀ? ਸੁਰਜਨ ਸਿੰਘ। ਤੁਸੀਂ ਕੀ ਕਹਿਣਾ ਚਾਹੁੰਦੇ ਮਸਲੇ 'ਚ? ਮੈਂ ਇਹ ਕਹਿਣਾ ਚਾਹੁੰਦਾ ਬਈ ਪਹਿਲਾਂ ਮੈਂ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਜੋ ਸਾਡੇ ਇਹਨਾਂ ਲੋਕਾਂ ਦੇ ਗਰੀਬ ਲੋਕਾਂ ਦੀ ਆ ਕੇ ਪੁਕਾਰ ਨੂੰ ਸੁਣਿਆ। ਸਾਡੇ ਜਿਹੜਾ ਹੈਗਾ ਇਹ ਜਨਾਨੀ ਔਰ ਇਹਦਾ ਹਸਬੈਂਡ ਦੋਨੇ ਆਰਡੀ ਦੇ ਔਰ ਐਫਡੀ ਦੇ ਪੈਸੇ ਇਕੱਠੇ ਕਰਦੇ ਸੀ। ਸਾਨੂੰ ਨਹੀਂ ਪਤਾ, ਵਿਸ਼ਵਾਸ ਵੀ ਦੇ ਕੇ ਸਾਤੋਂ ਲੈ ਜਾਂਦੇ ਸੀ, ਕਿਸੇ ਸਿਗਨੇਚਰ ਵੀ ਨਹੀਂ ਕਰਾਉਂਦੇ। ਸਾਡਾ ਇੰਨਾ ਵਿਸ਼ਵਾਸ ਬਣਿਆ ਹੋਇਆ ਸੀਗਾ ਉਹਨਾਂ ਨਾਲ, ਪਰ ਇਹਨਾਂ ਨੇ ਸਾਡੇ ਨਾਲ ਧੋਖਾਧੜੀ ਕਰੀ ਆ, ਪੈਸੇ ਡਾਕਖਾਨੇ ਜਮ੍ਹਾਂ ਨਹੀਂ ਕਰਾਏ, ਆਪਣੇ ਅਕਾਊਂਟਾਂ ਵਿੱਚ ਹੀ ਜਮ੍ਹਾਂ ਕਰਾਉਂਦੇ ਰਹੇ। ਇਹਦਾ ਜੁਆਇੰਟ ਅਕਾਊਂਟ ਆ, ਇੱਕ ਅਕਾਊਂਟ ਇਹਦੇ ਹਸਬੈਂਡ ਦਾ ਔਰ ਇਹਦੀ ਮਤਲਬ ਇਹ ਜਿਹੜੀ ਹਰਜੀਤ ਕੌਰ ਇਹਦੇ ਨਾਂ 'ਤੇ ਹੈ, ਦੂਸਰਾ ਅਕਾਊਂਟ ਇਹਦਾ ਇੱਕ ਇੰਡੀਵਿਜੂਅਲ ਆ ਜਿਹਦੇ ਵਿੱਚ ਇਹਨੇ ਹੁਣ ਕੁਝ ਲੋਕਾਂ ਨੂੰ ਚੈੱਕ ਕੱਟ ਕੇ ਦਿੱਤੇ ਹਨ। ਉਹ ਚੈੱਕ ਕਿਵੇਂ ਦੇ ਸਕਦਾ ਜਦੋਂ ਕਦੇ ਆਈਡੀ ਉਹਦੇ ਜਨਾਨੀ ਦੀ ਹੈਗੀ ਆ? ਜੇ ਇਹਨੇ ਘਪਲਾ ਕੀਤਾ ਤਾਂ ਹੀ ਡਰਦੇ ਮਾਰੇ ਕੁਝ ਲੋਕਾਂ ਨੂੰ ਦੇਤੇ, ਹੁਣ ਇਹ ਭੱਜ ਗਿਆ ਹੈਗਾ ਆਪਣੀ ਜ਼ਿੰਮੇਵਾਰੀ ਨੂੰ, ਕਿਉਂ ਇਹਨੇ 8-9 ਕਰੋੜ ਦਾ ਤਕਰੀਬਨ ਪਤਾ ਲੱਗਿਆ ਲੋਕਾਂ ਤੋਂ ਘਪਲਾ ਕੀਤਾ। ਕਈਆਂ ਦੀਆਂ ਐਫਡੀਆਂ ਖਾ ਗਿਆ ਜਿਹੜੀਆਂ ਮੈਚੋਰ ਹੋਈਆਂ ਸੀ, ਉਹਨਾਂ ਵਿੱਚੋਂ ਵਿਸ਼ਵਾਸ ਵਿੱਚ ਲੈ ਕੇ ਕਿਹਨਾਂ ਦੇ ਬੌਚਰਾਂ ਦੇ ਦਾਖਲ ਕਰਾ ਲਏ, ਕਈਆਂ ਦੇ ਆਪਣੇ ਆਪ ਹੀ ਕਰਤੇ। ਜੇ ਮਸਲਾ ਨਹੀਂ ਹੱਲ ਹੋਇਆ ਫਿਰ ਅੱਗੇ ਕੀ ਸਟੈਪ ਰਹੂਗਾ? ਮਸਲਾ ਦੇਖੋ ਜੀ, ਸਾਡਾ ਸਟਰਗਲ ਜਾਰੀ ਆ, ਅਸੀਂ ਹਾਈ ਲੈਵਲ ਤੱਕ ਜਾਵਾਂਗੇ, ਚਾਹੇ ਚੰਡੀਗੜ੍ਹ ਜਾਈਏ, ਚਾਹੇ ਡੀਸੀ ਦਫ਼ਤਰ 'ਤੇ ਧਰਨਾ ਲਾਈਏ, ਚਾਹੇ ਐਸਐਸਪੀ ਦਫ਼ਤਰ ਨੂੰ ਕਹੀਏ। ਨਾ ਹੀ ਸਾਡੇ ਥਾਣੇ ਵਾਲੇ ਕੋਈ ਗੱਲ ਸੁਣਦੇ ਹੈਗੇ, ਜੇ ਅਸੀਂ ਉੱਥੇ ਕਈ ਵਾਰੀ ਜਾ ਚੁੱਕੇ ਸਾਰੇ ਸਾਡੇ ਬੰਦੇ, ਪਰ ਕੋਈ ਸਾਡੀ ਸੁਣਵਾਈ ਨਹੀਂ। ਅੱਜ ਦੀ ਡੇਟ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਨਾਮ ਹੈ ਜੀ? ਲਵਪ੍ਰੀਤ ਕੌਰ। ਤੁਹਾਡਾ ਕੀ ਮਸਲਾ ਹੈਗਾ ਜੀ? ਸਰ ਮੇਰੀ ਨਾ ਮਦਰ ਇਨ ਲਾਅ ਦੀ ਕਾਪੀਜ਼ ਹੈ ਦੋ। ਇਹ 2016 ਚ ਖੁੱਲੀ ਸੀਗੀ, ਇਹ 2018 ਚ। ਅੱਛਾ। ਤੇ ਉਹਨਾਂ ਵਿੱਚ ਦੋਨਾਂ ਚ ਜਿਹੜੀ 2016 ਹੈ ਉਹਦੇ ਚ ਸਿਰਫ 10,000 ਹੀ ਉਹਨਾਂ ਨੇ ਜਮ੍ਹਾਂ ਕਰਾਏ ਹੋਏ ਆ, ਤੇ ਜੋ 2018 ਦੀ ਉਹ ਚ ਸਿਰਫ 9,000 ਹੈ, ਬਾਕੀ ਉਹਨਾਂ ਨੇ ਪੈਸੇ ਡਿਪੋਜ਼ਿਟ ਨਹੀਂ ਕਰਵਾਏ। ਤੁਸੀਂ ਅਸਲ ਚ ਕਿੰਨੇ ਪੈਸੇ ਜਮ੍ਹਾਂ ਕਰਾਏ ਆ ਟੋਟਲ? ਸਰ ਅਗਰ ਆਪਾਂ ਜੇ ਦੇਖਿਆ ਜਾਵੇ ਤਾਂ 75,000 ਇੱਕ ਵਿੱਚ ਹੈ, 60,000 ਇੱਕ ਚ ਗਏ ਹੋਏ ਆ। ਆਪਾਂ ਜਿਹੜੀ 2016 ਵਾਲੀ ਹੈ ਤੇ ਵਿਆਜ ਸਮੇਤ ਉਹਦੇ 75,000 ਬਣਦੇ ਆ। ਠੀਕ ਹੈ ਜੀ। ਤੇ ਦੂਸਰੀ ਕਾਪੀ ਜਿਹੜੀ ਉਹ ਚ ਆਪਣਾ 47,000 ਬਣਦੇ ਆ, ਜਿਸ ਚੋਂ ਮਤਲਬ ਕਿ 9,000 ਜਮ੍ਹਾਂ ਆਪਣੇ 37,000 ਰਹਿ ਗਏ। ਇੰਨੇ ਸਾਲਾਂ ਵਿੱਚ ਕਦੀ ਤੁਸੀਂ ਡਾਕਖਾਨੇ ਨਹੀਂ ਗਏ ਜਾ ਕੇ ਚੈੱਕ ਨਹੀਂ ਕੀਤਾ? ਸਰ ਕਿਉਂਕਿ ਡਾਕਖਾਨੇ ਵਾਲੇ ਜਿਹੜੇ ਆ ਉਹ ਏਜੰਟਾਂ ਦੇ ਥਰੂ ਹੀ ਕਾਪੀਜ਼ ਜਿਹੜੀਆਂ ਲੋਕਾਂ ਦੀ ਖਲਵਾਉਂਦੇ ਆ, ਉਹਨਾਂ ਦੀ ਆਈਡੀ ਭਰੀ ਜਾਂਦੀ ਹੈ ਤੇ ਸਾਰਾ ਕੁਝ ਉਹ ਜੋ ਵੀ ਕਰਦੇ ਆ ਉਹਨਾਂ ਨਾਲ ਹੀ ਵਾਰਤਾਲਾਪ ਕਰਦੇ ਆ। ਸਾਡੇ ਨੂੰ ਕੋਈ ਪੁੱਛ-ਗਿੱਛ ਨਹੀਂ ਹੁੰਦੀ, ਮਤਲਬ ਕਿ ਈਵਨ ਕਿ ਆਪਾਂ ਅਗਰ ਪੈਸੇ ਖੁਦ ਵੀ ਜਮ੍ਹਾਂ ਕਰਾਉਣ ਚਾਹੀਏ ਤਾਂ ਉਹ ਨਹੀਂ ਕਰਦੇ ਜਮ੍ਹਾਂ, ਕਹਿੰਦੇ ਆਪਣੇ ਏਜੰਟ ਦੇ ਥਰੂ ਜਮ੍ਹਾਂ ਕਰਵਾਓ। ਇਹ ਸਾਰਾ ਜਿਹੜਾ ਕੰਮ ਹੈ ਡਾਕਖਾਨੇ ਥਰੂ ਚੱਲ ਰਿਹਾ ਜੀ। ਅਸੀਂ ਮੰਗ ਕਰਦੇ ਵੀ ਇਹ ਜਿਹੜਾ ਏਜੰਟ ਵਾਲਾ ਕੰਮ ਹੈ ਇਹ ਵੀ ਬੰਦ ਕੀਤਾ ਜਾਵੇ, ਕਿਉਂਕਿ ਡਾਕਖਾਨੇ ਵਾਲੇ ਡਾਇਰੈਕਟ ਇਹੀ ਕਹਿੰਦੇ ਆ ਕਿ ਏਜੰਟ ਦੇ ਥਰੂ ਆਪਣੇ ਤੁਸੀਂ ਕਾਪੀਆਂ ਖੁਲਵਾਓ, ਉਹਦੇ ਥਰੂ ਹੀ ਤੁਸੀਂ ਪੈਸੇ ਜਮ੍ਹਾਂ ਕਰਵਾਓ। ਨਹੀਂ, ਜਿੱਦਾਂ ਪੈਸੇ ਜਦੋਂ ਜਮ੍ਹਾਂ ਕਰਾਉਂਦੇ ਆ ਕਢਵਾਉਂਦੇ ਆ ਐਸਐਮਐਸ ਆਉਂਦਾ ਹੁੰਦਾ, ਤੁਸੀਂ ਕਦੀ? ਸਰ ਕੋਈ ਨਹੀਂ ਜੀ ਨਹੀਂ, ਜਦ ਉਹਨਾਂ ਦੀ ਆਈਡੀ ਪਰ ਹੋਈ ਹੈ ਤਾਂ ਸਾਰਾ ਏਜੰਟ ਕੋਲ ਹੀ ਜਾਂਦਾ ਵੇਰਵਾ, ਸਾਡੇ ਤੱਕ ਕੋਈ ਨਹੀਂ ਆਉਂਦਾ। ਮੰਗ ਨਹੀਂ ਕੀਤੀ ਕਦੀ ਡਾਕਖਾਨੇ ਗਏ ਨਹੀਂ ਵੀ ਸਾਨੂੰ ਐਸਐਫਐਸ ਨਹੀਂ ਆਉਂਦਾ ਵੀ ਪੈਸੇ? ਨਹੀਂ ਸਰ, ਕਿਉਂਕਿ ਸਾਡੇ ਲੋਕਾਂ ਦਾ ਵਿਸ਼ਵਾਸ ਹੈ ਸਰ 25-30 ਸਾਲੋਂ ਤੋਂ ਬਣਿਆ ਹੋਇਆ ਸੀਗਾ ਤੇ ਆਪਾਂ ਕਦੇ ਇਨਕੁਆਇਰੀ ਕੀਤੀ ਨਹੀਂ। ਆਂਟੀ ਦੇ ਸਿਰ ਤੇ ਹੀ ਸੀਗੇ ਤੇ ਉਹਨਾਂ ਨੂੰ ਜੇ ਆਪਾਂ ਕਹਿੰਦੇ ਸੀਗੇ ਵੀ ਕਾਪੀਆਂ ਦਿਖਾਓ ਤਾਂ ਟਾਲ ਮਟੋਲ ਕਰ ਦਿੰਦੇ ਸੀਗੇ ਕਿ ਅੱਜ ਮੈਂ ਲੈ ਕੇ ਆਣਾ ਭੁੱਲ ਗਈ ਐ ਜਾਂ ਜੋ ਵੀ ਹੈ, ਮਤਲਬ ਕਿ ਉਹ ਟਾਲ ਮਟੋਲ ਕਰ ਦਿੰਦੇ ਸੀਗੇ। ਅੱਜ ਕੀ ਮੰਗ ਲੈ ਕੇ ਆਓ ਤੁਸੀਂ ਡੀਸੀ ਕੋਲ? ਅਸੀਂ ਇਹੀ ਮੰਗ ਚਾਹੁੰਦੇ ਹਾਂ ਵੀ ਸਾਨੂੰ ਸਾਰਿਆਂ ਨੂੰ ਜਿਨ੍ਹਾਂ ਦੇ ਪੈਸਾ ਵੀ ਸਾਨੂੰ ਸਾਡੇ ਹੱਕ ਦਵਾ ਦਿੱਤੇ ਜਾਣ। ਇਹ ਬੇਨਤੀ ਹੈ ਸਾਡੀ ਹੱਥ ਜੋੜ ਕੇ ਵੀ ਬਹੁਤ ਗਰੀਬ ਲੋਕ ਆ ਜੀ ਜਿਨ੍ਹਾਂ ਨੇ ਦਿਹਾੜੀਆਂ ਕਰਕੇ ਪੈਸੇ ਕਮਾਏ ਹੋਏ ਆ, ਵੀ ਸਾਡੀ ਇਹੀ ਬੇਨਤੀ ਹੈ ਵੀ ਇਹਨਾਂ ਦੀ ਇਨਕੁਆਇਰੀ ਕੀਤੀ ਜਾਵੇ, ਇਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਉਹਦੀ ਪੂਰੀ ਇਨਕੁਆਇਰੀ ਕੀਤੀ ਜਾਵੇ ਕਿ ਇੱਕ ਗਵਰਨਮੈਂਟ ਜੌਬ ਜਿਹੜਾ ਬੰਦਾ ਹੈ ਉਹ ਇੰਨੀ ਪ੍ਰਾਪਰਟੀ ਕਿਵੇਂ ਬਣਾ ਗਿਆ ਤੇ ਉਹ ਇੰਨੀ ਤਾਕਤ ਰੱਖਦਾ ਕਿ ਆਪਣੇ ਬੱਚੇ ਨੂੰ
ਆਪਣੇ ਬੇਟੇ ਨੂੰ ਡਾਇਰੈਕਟ PR ਲਗਵਾ ਕੇ ਉਰੇ ਤੋਂ ਉਹ ਭੇਜ ਰਹੇ ਹੋ। ਸਾਡੇ ਲੋਕਾਂ ਦੇ ਪੈਸੇ ਉਹਨੇ ਸ਼ੋਅ ਕਰਕੇ ਉਹਨੂੰ ਆਸਟ੍ਰੇਲੀਆ ਭੇਜਿਆ। ਸਾਡੀ ਮੰਗ ਹੈ ਕਿ ਸਾਨੂੰ ਨਿਆਂ ਦਿੱਤਾ ਜਾਵੇ ਤੇ ਉਹਨਾਂ ਨੂੰ ਵਾਪਸ ਉਹਦੇ ਬੇਟੇ ਨੂੰ ਡਿਪੋਰਟ ਕੀਤਾ ਜਾਵੇ। ਜੇ ਨਾ ਨਿਆਂ ਮਿਲਿਆ ਫਿਰ ਅੱਗੇ ਕੀ ਸਟੈਪ ਚੱਕੋਗੇ ਜੀ? ਫਿਰ ਅੱਗੇ ਸਰ ਦੇਖਦੇ ਹਾਂ ਜਿਵੇਂ ਸਾਡਾ ਅੱਗੇ ਸਭ ਦਾ ਬਣਦਾ ਪ੍ਰੋਗਰਾਮ। ਹਜੇ ਤਾਂ ਫਿਲਹਾਲ ਆਪਾਂ ਚੰਡੀਗੜ੍ਹ ਤੱਕ ਵੀ ਸੋਚ ਰਹੇ ਹਾਂ ਵੀ ਜਿਹੜੇ ਡਾਕਖਾਨੇ ਦੀ ਮੇਨ ਬ੍ਰਾਂਚ ਹੈ ਆਪਾਂ ਉੱਥੇ ਵੀ ਐਪਲੀਕੇਸ਼ਨ ਦੇਈਏ। ਇਕੱਠੇ ਹੋ ਕੇ ਧੰਨਵਾਦ। ਕੀ ਨਾਮ ਆ ਜੀ? सुनीता। ਤੁਹਾਡੇ ਕਿੰਨੇ ਪੈਸੇ ਆ? सर मेरा 1.5 लाख रुपए निकलता है, 3,000 का महीना जाता रहा। एक 2,000 वाले कापी है, एक 1,000 के कापी रहा। 2017 में खुली है, एक एंट्री हुआ है इस पर 1,000 रुपया। बाकी 5 साल पूरा इसके अप्रैल में होने वाला है। तो आपने बात की उनसे जाके? उनसे बात भी कि मैं लड़के की शादी करी, उसमें भी जाके बोली मैं कि आंटी मेरा के थोड़ा 50,000 रुपये उसमें से कटवा दो। मेरे को बोली बेटे तेरे पैसा ब्याज खत्म हो जाएगा, कोई बात ना, 2-3 महीना रह गया उसमें कढ़ा लेना। फिर मेरे के दी नहीं। फिर मैं 26 तारीख के 6,000 रुपया दे के आई हूँ। ब्याज भी लेती रही मेरे से वो कि 10 दिन कहीं ऊपर चल जाएगा तो बोली कि ब्याज लेता है खाने वाले हमारे से, तो ब्याज जोड़ के 10 रुपये 20 रुपये ले लेती रही। अच्छा, जब हम खाते में पैसे जमा करवाते हैं कढ़ाते हैं तो SMS आता फोन पे, तो हाँ कभी जी। आपने चेक नहीं किया? भी आप हमारे कोई मैसेज ही नहीं आया। हमने फोन नंबर दी हूँ, आधार कार्ड दी हूँ, कोई मैसेज नहीं उसके आता बाद आपने क्यों जाके डाकखाने क्यों जाके पूछा नहीं कभी भी? हमारे सर उन्हें हमने 20 साल से उनसे जुड़ी हूँ। 2 ID हम 5-5 साल के चक चुकी हूँ। वो पैसा हमारे के काट के खुद लिया के दिए, हमारे से साइन करा के ले जाती रही। ये बोली हमारे के ये बोलती रही कि बेटे तू डखाने में जाओगे तेरा टाइम वेस्ट होगा, तुम्हें विश्वास है तो इस पर साइन कर दो। हमारे के 2 ID काट के ब्याज जोड़ के दे के गई है हमारे घर में। 2 ID के तीसर का मैं कराई हूँ 3,000 के, एक 2,000 के उसका कापी नहीं मिल रहा है, 1,000 के है उसके 2017 के 1,000 रुपये इस पर जमा है। 56,000 उसकी लड़की बना के दी है, बाकी लड़की फ़ोन नंबर भी दी है, आंटी के भी फ़ोन नंबर मेरे पास है, सब कुछ है। आंटी से 26 तारीख के बात भी करी मैं कि आंटी लड़की मेरी गई है, आप ऊपर दे दो, फोटो कापी करके ले आएगी, आप नहीं दोगे कापी। क्या लगता है आपके साथ क्या हो गया ये? फिर हमारे साथ वही हुआ कि कोई कापी में जमा नहीं है, कापी मिल न रही है। वो पैसा तो पकड़ता रहे उनके हस्बैंड दिलीप कुमार पकड़ते रहे, तो और कोई नहीं पकड़ता रहे मेरे पैसा। हाँ जी, की नाम है जी? ਮੇਰਾ ਨਾਮ ਅੰਗਰੇਜ਼ ਸਿੰਘ ਹੈ ਜੀ। ਤੇ ਤੁਸੀਂ ਅੱਜ ਇੱਥੇ ਇਕੱਠੇ ਹੋਏ ਹੋ, ਕੀ ਕਾਰਨ ਕੀ ਆ? ਇਹ ਜੀ ਇੱਕ ਬਹੁਤ ਵੱਡਾ ਸਕੈਮ ਹੋਇਆ ਹੈ ਜੀ। ਪੋਸਟ ਆਫਿਸ ਇੱਕ ਏਜੰਟ ਸੀਗੀ ਹਰਜੀਤ ਕੌਰ ਕਰਕੇ, ਉਹ ਇਹਨਾਂ ਸਾਰੇ ਬੰਦਿਆਂ ਦੇ ਪੈਸੇ ਪਿਛਲੇ ਕਮ ਸੇ ਕਮ 6-7 ਮਹੀਨੇ ਤੋਂ ਉਹਨਾਂ ਨੇ ਜਿੰਨੇ ਵੀ ਪੈਸੇ ਸੀਗੇ, ਜੋ ਕਿਸੇ ਦੀ FD ਸੀ, ਜੋ ਸੇਵਿੰਗ 'ਚ ਪਏ ਸੀ, ਉਹਨਾਂ ਨੇ ਸਾਰੇ ਵਿਡਰਾਅ ਕਰਕੇ ਉਹ ਲੈ ਗਏ ਨੇ ਜੀ। 4 ਸਾਲ ਤੋਂ ਵਿਡਰਾਅ ਤੁਹਾਡੇ ਸਿਗਨੇਚਰ ਤੋਂ ਬਿਨਾਂ ਕਿਸ ਤਰ੍ਹਾਂ ਹੋ ਗਿਆ? ਸਿਗਨੇਚਰ ਇੱਦਾਂ ਹੈ ਜੀ, ਪੋਸਟ ਆਫਿਸ ਵਾਲਿਆਂ ਨੇ ਉਹਨਾਂ ਨੂੰ ਇੱਕ ਏਜੰਟ ਨੰਬਰ ਦਿੱਤਾ ਹੋਇਆ ਸੀ। ਜਦੋਂ ਵੀ ਆਪਾਂ ਫਸਟ ਟਾਈਮ ਪੋਸਟ ਆਫਿਸ ਦੇ ਵਿੱਚ ਗਏ ਸੀ, ਉਹ ਸਾਨੂੰ ਕਹਿੰਦਾ ਜੀ ਏਜੰਟ ਦੇ ਥਰੂ ਜਮ੍ਹਾਂ ਕਰਵਾਓ। ਤਾਂ ਇਸ ਕਰਕੇ ਕਿਹਾ ਸੀਗਾ ਜੀ, ਉਹ ਵਿਸ਼ਵਾਸ ਉਹਨਾਂ ਜਿੱਤਿਆ ਹੋਇਆ ਸੀ। 20 ਸਾਲ ਤੋਂ ਕੰਮ ਕਰ ਰਹੀ ਸੀ ਪੋਸਟ ਆਫਿਸ ਦੇ ਵਿੱਚ ਏਜੰਟ ਦਾ ਹੀ। ਇਸ ਕਰਕੇ ਕਿਹਾ ਹੈ ਕਿ ਲੋਕ ਸਾਰੇ ਉਹਨੂੰ ਵਿਡਰਾਅ ਸਾਈਨ ਕਰਕੇ ਦੇ ਦਿੰਦੇ ਸੀ, ਤਾਂ ਕਿ ਉਹ ਵਿਡਰਾਅ ਕਰਵਾ ਲੈਂਦੀ ਸੀ ਪੈਸੇ। ਸਾਈਨ ਕਰਕੇ ਤੁਸੀਂ ਦਿੰਦੇ ਸੀ? ਹਾਂਜੀ, ਸਾਈਨ ਕਰਕੇ ਉਹਨੂੰ ਦੇ ਦਿੰਦੇ ਸੀ। ਉਹ ਸਾਡੀ RD ਦੇ ਵਿੱਚ ਜਿੱਦਾਂ ਸਾਡੇ ਸੇਵਿੰਗ ਅਕਾਊਂਟ 'ਚ ਵਿਆਜ ਆ ਗਿਆ ਜਾਂ ਅਸੀਂ ਆਪਣੇ ਕੋਲੋਂ ਪੈਸੇ ਉਹਨੂੰ ਦੇ ਦਿੱਤੇ, ਤਾਂ ਉਹ ਲਿਜਾ ਕੇ ਉੱਥੇ ਡਿਪੋਜ਼ਿਟ ਕਰ ਦਿੰਦੀ ਸੀ। ਪਿਛਲੇ 20 ਸਾਲ ਤੋਂ ਇਹ ਕੰਮ ਕਰ ਰਹੀ ਸੀ ਉਹ, ਇਸ ਕਰਕੇ ਉਹਦਾ ਵਿਸ਼ਵਾਸ ਬਣਿਆ ਹੋਇਆ ਸੀ। ਤੇ ਮੇਨ ਕਿਆ ਹੈ ਜੀ, ਪੋਸਟ ਆਫਿਸ ਵਾਲੇ ਵੀ ਹੁਣ ਜਨਵਰੀ ਦਾ ਇਹੋ ਕਪੜਾ ਸ਼ੋਅ ਹੋ ਗਿਆ ਜੀ। ਉਸ ਤੋਂ ਬਾਅਦ ਵੀ ਹਜੇ ਵੀ ਸਾਡੇ ਪੈਸੇ ਕੀ ਆ, ਮੇਰੇ ਲਾਸਟ ਜਿਹੜੀ ਡਿਟੈਕਸ਼ਨ ਹੋਈ ਆ ਉਹ 17 ਫਰਵਰੀ ਦੀ ਹੋਈ ਹੈ। 17 ਫਰਵਰੀ ਨੂੰ ਵੀ ਮੇਰੇ ਪੈਸੇ ਨਿਕਲੇ ਆ। ਇਹਦੇ ਵਿੱਚ ਕਿਤੇ ਨਾ ਕਿਤੇ ਕਿਹਾ ਜੀ, ਸਾਡੀ ਪ੍ਰਸ਼ਾਸਨ ਤੋਂ ਇਹੋ ਮੰਗ ਹੈ ਕਿ ਇਸ ਘਪਲੇ ਦਾ ਜਿੰਨਾ ਵੀ ਇੰਨਾ ਵੱਡਾ ਹੋਇਆ ਹੈ, ਇਹਦੇ ਤੇ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ, ਤਾਂ ਕਿ ਸਾਡੇ ਸਾਰਿਆਂ ਨੂੰ ਇਨਸਾਫ ਮਿਲ ਸਕੇ ਔਰ ਸਾਡੇ ਜਿਹੜੇ ਪੈਸੇ ਆ ਉਹ ਵਾਪਸ ਦਵਾਏ ਜਾਣ। ਕਿੰਨੇ ਕੁ ਲੋਕਾਂ ਦੇ ਇਦਾਂ ਜਿਹੜਾ ਹੈਗਾ ਨਾਲ ਹੋਇਆ? ਕਿੰਨੇ ਕੁ ਲੋਕ? ਇਹ ਕਮ ਸੇ ਕਮ ਜੀ ਸਾਡੀ ਜਿਹੜੀ ਨੌਲੇਜ 'ਚ ਹਜੇ ਤੱਕ 1100-1500 ਬੰਦਾ ਹੋਣਾ ਜੀ ਕਮ ਸੇ ਕਮ। ਤੇ ਕਿੰਨੀ ਕੁ ਅਮਾਉਂਟ ਬਣਦੀ ਕੁੱਲ ਲੱਗਦਾ? ਅਮਾਉਂਟ ਜੀ 11 ਕਰੋੜ ਤੇ ਕੋਈ 11 ਕਰੋੜ ਦੱਸ ਰਿਹਾ ਜੀ, ਕੋਈ 10 ਕਰੋੜ ਦੱਸ ਰਿਹਾ। ਇਹ ਤਾਂ ਜਦੋਂ ਇਨਕੁਆਇਰੀ ਹੋਏਗੀ ਹਾਈ ਲੈਵਲ ਤੇ, ਉਦੋਂ ਪੂਰਾ ਛਾਂਟ ਆਊਟ ਹੋਏਗਾ ਜੀ ਕਿੰਨਾ ਅਮਾਉਂਟ ਹੈ। ਤੇ ਸ਼ਿਕਾਇਤਾਂ ਕਿੱਥੇ ਦਿੱਤੀਆਂ ਹੁਣ ਤੱਕ ਤੁਸੀਂ? ਸ਼ਿਕਾਇਤਾਂ ਅਸੀਂ ਜੀ ਪੁਲਿਸ ਥਾਣੇ ਦੇ ਵਿੱਚ ਕੰਪਲੇਂਟ ਵੀ ਕਰ ਦਿੱਤੀ ਹੈ ਤੇ ਉਹਨਾਂ ਦੇ ਘਰ ਵੀ ਗਏ। ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਰਸੀਦ ਵੀ ਲਿਖ ਕੇ ਦਿੱਤੀ ਹੈ ਕਿ ਜੀ ਇੰਨੇ ਪੈਸੇ ਤੁਹਾਡੇ ਬਕਾਇਆ ਅਸੀਂ ਦੇਣੇ ਆ, ਪਰ ਉਹ ਦੇਣੇ ਕਦੋਂ ਹੈ ਇਹ ਕੋਈ ਨਹੀਂ ਦੱਸ ਰਿਹਾ ਜੀ ਸਾਨੂੰ। ਤੇ ਡਾਕਖਾਨੇ 'ਚ ਕੋਈ ਸ਼ਿਕਾਇਤ ਕਰੀ ਹੈ? ਡਾਕਖਾਨੇ ਵਾਲਿਆਂ ਕੋਲ ਜੀ ਜਾਂਦੇ ਆ, ਉਹਨਾਂ ਨੂੰ ਅਸੀਂ ਕਹਿੰਦੇ ਜਿਨ੍ਹਾਂ ਦੀਆਂ ਕਾਪੀਆਂ ਗੁੰਮ ਨੇ, ਅਸੀਂ ਉਹਨਾਂ ਨੂੰ ਕਹਿੰਦੇ ਜੀ ਸਾਡੀ ਇਸ ਅਕਾਊਂਟ ਨੰਬਰ ਦੀ ਕਾਪੀ ਦਿਓ। ਕਹਿੰਦੇ ਜੀ ਪਹਿਲਾਂ ਕੰਪਲੇਂਟ ਕਰਵਾਓ ਤੁਸੀਂ ਕਿ ਸਾਡੀ ਕਾਪੀ ਗੁੰਮ ਹੈ। ਹੁਣ ਅਸੀਂ ਜਾ ਕੇ ਕੰਪਲੇਂਟ ਕਰਵਾਉਂਦੇ ਆ ਤਾਂ ਉਹਦੇ ਵਿੱਚ ਇਹ ਹੋ ਜਾਂਦਾ ਜੀ ਉਹ ਕਾਪੀ ਸਾਡੇ ਕੋਲੋਂ ਗੁੰਮ ਹੈ। ਇਸ ਕਰਕੇ ਕਿਤੇ ਨਾ ਕਿਤੇ ਡਾਕਖਾਨੇ ਵਾਲਿਆਂ ਦੀ ਵੀ ਇਨਕੁਆਇਰੀ ਹੋਣੀ ਚਾਹੀਦੀ ਹੈ ਕਿ ਉਹ ਤਾਂ ਨਹੀਂ ਕਿਤੇ ਇਹਦੇ ਵਿੱਚ ਇਨਵੋਲਡ। ਸਾਡੀ ਇਹ ਮੰਗ ਹੈ ਜੀ। ਤੇ ਅੱਜ ਕੀ ਕਰਨਾ ਇਸ ਤੇ ਕਿਹਦੇ ਕੋਲ ਆਇਆ ਜੀ? ਅੱਜ ਅਸੀਂ ਇੱਥੇ ਇਕੱਠੇ ਹੋਏ ਸੀਗੇ DC ਦਫ਼ਤਰ ਦੇ। DC ਮੈਮ ਨੂੰ ਦੇਵਾਂਗੇ ਜੀ ਇਹਦੇ ਐਪਲੀਕੇਸ਼ਨ, ਸਾਰੇ ਬੰਦੇ ਇਕੱਠੇ ਹੋ ਕੇ, ਤਾਂ ਕਿ ਸਾਡੇ ਜਿਹੜਾ ਹੈ ਇੰਨਾ ਨਿਆਂ ਮਿਲ ਸਕੇ ਸਾਨੂੰ। ਪਾਲ ਸਿੰਘ ਹੈ ਜੀ, ਪਿੰਡ ਕੋਟਲਾ ਨਿਹੰਗ। ਕਿਆ ਨਾਮ ਆ? ਅੰਮ੍ਰਿਤਪਾਲ ਸਿੰਘ ਜੀ। ਕਿੰਨੇ ਪੈਸੇ ਲਾਏ? ਸਾਡਾ 30,000 ਰੁਪਏ ਜੀ। 2019 ਤੋਂ ਬਾਅਦ ਸਾਡੇ ਪੈਸੇ ਲੈ ਜਾਂਦੇ ਤੇ ਘਰ ਤੇ ਜੀ, ਜਮ੍ਹਾਂ ਨਹੀਂ ਤੇ ਕਰਦੇ ਜੀ। ਉਹ ਐਂਟਰੀ ਨਹੀਂ ਹੋਈ ਵੀ 2022 ਤੱਕ। ਖਾਤੇ 'ਚੋਂ ਕੋਈ ਪੈਸੇ ਕਢਾਏ ਵੀ ਤੁਹਾਡੇ ਕੋਈ ਕਿ ਜਮ੍ਹਾਂ ਹੀ ਨਹੀਂ ਕਰਾਏ? ਜਮ੍ਹਾਂ ਹੀ ਨਹੀਂ ਕਰਾਏ ਜੀ, 2019 ਤੋਂ ਬਾਅਦ ਜਮ੍ਹਾਂ ਨਹੀਂ ਹੋਏ ਫਿਰ ਵੀ। ਹੁਣ ਕੀ ਕਾਰਵਾਈ ਕਰ ਰਹੇ ਹੋ? ਤੁਹਾਨੂੰ ਕੀ ਭਰੋਸਾ ਮਿਲਿਆ? ਅਸੀਂ ਕੱਲ ਪੁਲਿਸ ਆਪਣਾ ਉੱਥੇ ਵੀ ਗਏ ਤੇ ਜੀ, ਪੁਲਿਸ ਕੋਲ ਵੀ ਗਏ ਤੇ ਜੀ। ਪੁਲਿਸ ਵਾਲੇ ਵੀ ਜਾਣੀ ਚੰਗੀ ਤਰ੍ਹਾਂ ਕਾਰਵਾਈ ਨਹੀਂ ਕਰ ਰਹੇ ਕੋਈ ਵੀ।
ਉਹ ਕਹੀ ਜਾਂਦੇ ਕਹਿੰਦੇ ਵੀ ਇਹਨਾਂ ਦੇ ਖਿਲਾਫ ਵੀ FIR ਕਰਾ ਦਿਓ ਤੁਸੀਂ। ਹਾਂਜੀ, FIR ਕਰਾ ਕੇ ਵੀ ਸਾਨੂੰ ਕੋਈ ਫਾਇਦਾ ਨਹੀਂ ਜੀ, ਫਿਰ ਲੰਬਾ ਕੇਸ ਚੱਲ ਪੈਣਾ ਜੀ ਜ਼ਿਆਦਾ। ਤੁਸੀਂ ਕੀ ਚਾਹੁੰਦੇ ਆ? ਅਸੀਂ ਚਾਹੁੰਦੇ ਵੀ ਸਾਡੇ ਜਿਹੜੇ ਪੈਸੇ ਵੀ ਸਾਨੂੰ ਇਸ ਤਰ੍ਹਾਂ ਮੋੜ ਦਵਾਈ ਜੀ। ਚਲੋ ਡਾਕਖਾਨਿਆਂ ਕੋ ਗਏ ਨਹੀਂ ਤੁਸੀਂ? ਡਾਕਖਾਨੇ 'ਚ ਵੀ ਗਏ ਤੇ ਜੀ, ਉਹ ਕਹੀ ਜਾਂਦੇ ਵੀ ਤੁਸੀਂ ਤੇ ਘਰ ਜਾਓ ਇਹਨਾਂ ਦੇ, ਤੁਸੀਂ ਵੀ ਸਾਡੇ ਇਹ 'ਚ ਕੋਈ ਵੀ ਏਜੰਟ ਦੇ ਥਰੂ ਤੁਸੀਂ ਕਰਾਇਆ ਆਪਣਾ, ਵੀ ਸਾਡਾ ਇਹ 'ਚ ਕੋਈ ਰੋਲ ਨਹੀਂ ਹੈਗਾ ਜੀ। ਡਾਕਖਾਨੇ ਵਾਲੇ ਕਹਿੰਦੇ ਡਾਕਖਾਨੇ ਵਾਲੇ ਕਹਿ ਰਹੇ ਆ। ਹਾਂਜੀ ਸਰ, ਕੀ ਨਾਮ ਹੈ ਜੀ? ਦਲੀਪ ਸਿੰਘ ਜੀ। ਤੇ ਤੁਹਾਡੇ ਵਾਈਫ ਦਾ ਕੀ ਨਾਮ ਹੈ, ਕੀ ਕੰਮ ਕਰ ਰਹੇ? ਹਰਜੀਤ ਕੌਰ ਜੋ ਕਿੰਨੇ ਡਾਕਖਾਨੇ ਦਾ ਕੰਮ ਕਰਦੇ ਆ ਜੀ, ਅੱਛਾ। RD ਦਾ ਤੇ ਫਿਕਸ ਦਾ ਜੀ। ਅੱਛਾ ਸਰ, ਕੁਝ ਲੋਕ ਜਿਹੜੇ ਹੈਗੇ ਆ ਸ਼ਿਕਾਇਤਾਂ ਕਰ ਰਹੇ ਆ ਪੁਲਿਸ ਦੇ ਕੋਲ, DC ਦੇ ਕੋਲ, ਕਿ ਸਾਡੇ ਪੈਸੇ ਜਿਹੜੇ ਹੈਗੇ ਸਾਡੇ ਨਾਲ ਕੋਈ ਹੇਰਾਫੇਰੀ ਕਰ ਲਈ, ਜਮ੍ਹਾਂ ਨਹੀਂ ਕਰਾਏ। ਕਿਉਂ ਲੋਕ ਸ਼ਿਕਾਇਤਾਂ ਕਰ ਰਹੇ? ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਤਾਂ ਇਹ ਕਹਿੰਦਾ ਕਿ ਕਿਤੇ ਲੋਕਾਂ ਦੇ ਜਿਹੜੇ ਪੈਸੇ ਹੈਗੇ ਕੁਝ ਕੋਟਾ ਕਰੇ ਜਾਓਗੇ, ਉੱਥੇ ਕਹਿੰਦੇ ਖੱਜਲ ਖੁਆਰ ਹੋਣਗੇ, ਪੈਸੇ ਉਹਨਾਂ ਦੇ ਕੋਟਾਂ 'ਚ ਵੀ ਲੰਬਾ ਸਮਾਂ ਲੱਗ ਜਾਂਦਾ ਹੈਗਾ, ਉੱਥੇ ਵੀ ਕਹਿੰਦੇ ਕਈ ਸਾਲ ਲੱਗ ਜਾਂਦੇ, ਫਿਰ ਕੋਟਾਂ 'ਚ ਫਿਰ ਕਚਹਿਰੀਆਂ ਜਾ ਕੇ ਕਿਹੜਾ ਮਿਲਦਾ ਜੀ ਕੋਈ। ਤੇ ਕੀ ਕਾਰਨ ਕੀ ਹੋਇਆ ਜਿਹੜਾ ਲੋਕਾਂ ਦੇ ਪੈਸੇ ਜਮ੍ਹਾਂ ਨਹੀਂ ਕਰਾ ਹੋ ਸਕੇ? ਕੀ ਕਾਰਨ ਰਿਹਾ? ਉਹ ਘਰ ਦੀ ਕੋਈ ਪ੍ਰੋਬਲਮ, ਕੋਈ ਮੈਸੇਜ ਕਹਿੰਦੇ ਅਪਸੈਟ ਰਹਿ ਰਹੇ ਸੀ, ਇਸ ਕਰਕੇ ਪ੍ਰੋਬਲਮ ਆ ਗਈ, ਅਦਰਵਾਈਜ਼ ਤਾਂ ਕੋਈ ਪ੍ਰੋਬਲਮ ਨਹੀਂ ਸੀ ਹੈਗੀ। ਅੱਛਾ, ਤੇ ਕਿੰਨੇ ਕੁ ਲੋਕਾਂ ਨੇ ਤੁਸੀਂ ਪੈਸੇ ਹੁਣ ਤੱਕ ਕਿੰਨੇ ਕੁ ਪੈਸੇ ਮੋੜ ਚੁੱਕੇ ਹੋ? ਮੈਂ 50 ਲੱਖ ਦੇ ਕਰੀਬ, ਲਗਭਗ 50 ਲੱਖ ਦੇ ਕਰੀਬ ਵਾਪਸ ਕਰ ਚੁੱਕਿਆ ਹਾਂ ਜੀ। ਫਿਰ ਲੋਕ ਕਿਉਂ ਤੁਹਾਨੂੰ ਕਹਿ ਰਹੇ ਕਿ ਸਾਡੇ ਨਾਲ ਹੇਰਾਫੇਰੀ ਕੀਤੀ ਹੈ, ਬੱਚੇ ਚਲੇ ਜਾਣਗੇ, ਤਾਂ ਕਿਉਂ ਲੋਕ ਕਹਿ ਰਹੇ ਆ ਜੀ? ਮੈਂ ਦੇਖੋ ਜੀ ਕੋਈ ਹੇਰਾਫੇਰੀ ਨਹੀਂ ਕਰੀ, ਮੈਂ ਉਰੇ ਆ ਜੇ ਮੈਂ ਇਹੋ ਜਿਹੀ ਹੇਰਾਫੇਰੀ ਕਰਨੀ ਹੁੰਦੀ ਮੈਂ ਕਰਦਾ, ਘਰ ਵੇਚ ਕੇ ਸਭ ਕੁਝ ਵੇਚ ਕੇ ਭੱਜ ਜਾਂਦਾ, ਪਰ ਮੈਂ ਲੋਕਾਂ ਨੂੰ ਵਿਸ਼ਵਾਸ ਦਿਵਾਉਂਦਾ ਕਿ ਮੈਂ ਸਾਰੇ ਪੈਸੇ ਦੇਣੇ ਆ। ਤੇ ਕੀ ਅਪੀਲ ਕਰਦੇ ਹੋ ਲੋਕਾਂ ਨੂੰ? ਕਿੰਨਾ ਕੁ ਸਮਾਂ ਮੰਗਦੇ ਹੋ ਲੋਕਾਂ ਦੇ ਨਾਲ? ਕੀ ਸਹਿਮਤੀ? ਮੈਂ ਤਾਂ ਇਹ ਕਹਿੰਦਾ ਮੈਨੂੰ ਸਮਾਂ 5-6 ਮਹੀਨੇ ਤੋਂ 6-7 ਮਹੀਨੇ ਚਾਹੀਦੇ ਹੈਗੇ ਜੀ, ਤਾਂ ਕਿ ਮੈਂ ਅਰੇਂਜਮੈਂਟ ਕਰਕੇ ਪੈਸੇ ਲੋਕਾਂ ਦੇ ਵਾਪਸ ਕਰ ਸਕਾਂ। ਤੇ ਲੋਕ ਤਾਂ ਕਹਿੰਦੇ ਜੀ ਅਸੀਂ ਪੁਲਿਸ ਕੋਲ ਜਾਣਾ, ਕਚਹਿਰੀਆਂ 'ਚ ਪਰਚਾ ਦਰਜ ਕਰਾਵਾਂਗੇ, ਇਹ ਕਰਾਂਗੇ। ਕਚਹਿਰੀਆਂ 'ਚ ਪਰਚਾ ਦਰਜ ਕਰਾਉਣ ਨਾਲ ਕੋਈ ਮਸਲਾ ਹੱਲ ਨਹੀਂ ਹੁੰਦਾ ਹੈਗਾ ਜੀ। ਮਸਲਾ ਹੱਲ ਤਾਂ ਕਿਤੇ ਬੈਠ ਕੇ ਹੱਲ ਹੁੰਦਾ ਹੈਗਾ, ਜੇ ਆਪਾਂ ਬੈਠ ਕੇ ਗੱਲਬਾਤ ਕਰਾਂਗੇ ਤਾਂ ਹੀ ਮਸਲਾ ਹੱਲ ਹੋ। ਕੋਟਾ ਕਚਹਿਰੀਆਂ 'ਚ ਲੰਬਾ ਟਾਈਮ ਲੰਘ ਜਾਂਦਾ ਹੈਗਾ, ਫਿਰ ਉਹਨਾਂ ਨੂੰ ਕਹਿੰਦੇ ਕਈ ਸਾਲ ਲੰਘ ਜਾਂਦੇ ਹੈਗੇ, ਫਿਰ ਫੈਸਲਾ ਆਖਰ ਤੱਕ ਸਮਝੌਤਾ ਹੀ ਹੁੰਦਾ ਵੀ ਚਲੋ ਇਹਨਾਂ ਦੇ ਪੈਸੇ ਦੇਣੇ ਹੈਗੇ ਅਸੀਂ। ਹਾਂਜੀ ਸਰ, ਇੱਕ ਡਾਕਖਾਨੇ ਦਾ ਜਿਹੜਾ ਹੈਗਾ ਕੋਈ ਘਪਲੇਬਾਜ਼ੀ ਦਾ ਮਾਮਲਾ ਸਾਹਮਣੇ ਆਇਆ, ਵੱਖ-ਵੱਖ ਸ਼ਿਕਾਇਤਾਂ ਆ ਰਹੀਆਂ, ਕੀ ਸਰ ਮਸਲਾ ਹੈਗਾ ਤੇ ਕਿੰਨੀਆਂ ਕੁ ਸ਼ਿਕਾਇਤਾਂ ਤੁਹਾਡੇ ਕੋਲ ਪਹੁੰਚ ਚੁੱਕੀਆਂ ਜੀ? ਇੱਥੇ ਰੋਪੜ ਦੇ ਵਿੱਚ ਇੱਕ ਹਰਜੀਤ ਕੌਰ ਸੀਗੀ, ਉਹ ਡਾਕਖਾਨੇ ਦੀ ਏਜੰਟ ਸੀ, ਛੋਟੀਆਂ ਬੱਚਤਾਂ ਦੇ RD ਵਗੈਰਾ ਕਰਦੇ, ਲੋਕਾਂ ਦੇ ਪੈਸੇ ਲੈ ਕੇ ਜਦੋਂ ਆ ਕੇ ਹਰ ਮਹੀਨੇ ਜਮ੍ਹਾਂ ਕਰਾਉਂਦੇ ਸੀ। ਉਹਨਾਂ ਨੇ ਕੋਈ ਪਿਛਲੇ 3-4 ਸਾਲ ਤੋਂ ਲੋਕਾਂ ਤੋਂ ਲਗਾਤਾਰ ਕਿਸ਼ਤਾਂ ਲੈਂਦੇ ਰਹੇ ਆ, ਪਰ ਪੈਸੇ ਅੱਗੇ ਜਮ੍ਹਾਂ ਨਹੀਂ ਕਰਾਏ ਹੈ ਡਾਕਖਾਨੇ 'ਚ। ਉਹ ਪੈਸੇ ਆਪਣੇ ਕੋਲ ਹੀ ਰੱਖਦੇ ਰਹੇ, ਤੇ ਹੁਣ ਪਿੱਛੇ ਰੌਲਾ ਪੈ ਗਿਆ ਇਸ ਗੱਲ ਦਾ, ਤਾਂ ਲੋਕਾਂ ਨੇ ਕੰਪਲੇਂਟ ਕਰਨੀ ਸ਼ੁਰੂ ਕੀਤੀ। ਮੁੜ ਕੇ ਪਹਿਲਾਂ ਤਾਂ ਲੋਕੀ ਕਹਿੰਦੇ ਜੀ ਅਸੀਂ ਵੀ ਸਾਡੇ ਪੈਸੇ ਦਵਾ ਦਿਓ, ਅਸੀਂ ਕਾਰਵਾਈ ਕੋਈ ਨਹੀਂ ਕਰਾਉਣੀ। ਤਾਂ ਹੁਣ ਉਹਨਾਂ ਨੇ ਕੁਝ ਬੰਦੇ ਪੈਸੇ ਮੁੜੇ ਵੀ ਸੀ 20-25 ਜਣਿਆਂ ਦੇ। ਉਸ ਤੋਂ ਬਾਅਦ ਹੁਣ ਕਹਿੰਦੇ ਜੀ ਅਸੀਂ ਦੇ ਨਹੀਂ ਸਕਦੇ ਪੈਸੇ, ਤਾਂ ਲੋਕਾਂ ਨੇ ਹੁਣ ਕੰਪਲੇਂਟ ਕਰਨੀ ਸ਼ੁਰੂ ਕੀਤੀ। ਹੁਣ ਸਾਡੇ ਕੋਲ ਕਰੀਬ ਜਿਹੜੇ 2-3 ਦਿਨਾਂ ਦੇ ਵਿੱਚ ਹੀ ਕਰੀਬ 40-45 ਕੰਪਲੇਂਟਾਂ ਆ ਚੁੱਕੀਆਂ। ਉਹਨਾਂ ਦੀ ਜਿਹੜੀ ਅਸੀਂ ਰਿਪੋਰਟ ਤਿਆਰ ਕਰਕੇ DA ਸਾਹਿਬ ਨੂੰ ਭੇਜਣ ਲੱਗੇ ਹਾਂ, ਜੋ ਬਣਦੀ ਕਾਰਵਾਈ ਹੋਊਗੀ ਉਹ ਜ਼ਰੂਰ ਕਰਾਂਗੇ। ਸਰ ਕਿੰਨੀ ਕੁ ਅਮਾਊਂਟ ਲਗਭਗ ਹੈਗੀ ਨੇ? ਕਿਉਂਕਿ ਲੋਕਾਂ ਨੇ ਜਦੋਂ DC ਦਫ਼ਤਰ ਮੂਹਰੇ ਇਕੱਠੇ ਸੀ, ਉਹ ਕਹਿੰਦੇ ਜੀ 8 ਤੋਂ 9 ਕਰੋੜ ਜਿਹੜੇ ਕਰੀਬ ਜਿਹੜਾ ਹੈਗਾ ਇਹਨਾਂ ਨੇ ਜਿਹੜੀ ਹੈਗੀ ਆ ਹੇਰਾਫੇਰੀ ਕੀਤੀ ਹੈ ਲੋਕਾਂ ਨੇ। ਦੇਖੋ ਇਹ ਅਮਾਊਂਟ ਬਾਰੇ ਕੁਝ ਕਲੀਅਰ ਨਹੀਂ ਕਿਹਾ ਜਾ ਸਕਦਾ ਜੇ, ਕਿਉਂਕਿ ਕਰੀਬ 1 ਕਰੋੜ 25 ਲੱਖ ਦਾ ਤਾਂ ਉਹ ਆਪ ਹੀ ਮੰਨਦੇ ਆ ਵੀ ਇੰਨੀ ਕੁ ਅਮਾਊਂਟ ਸਾਡੇ ਵੱਲ ਹੈਗੀ ਹੈ। ਬਾਕੀ ਇਹ ਵੀ ਹੈ ਵੀ ਉਹ ਸਿਰਫ ਆਰਟੀਆਂ ਦੇ ਪੈਸੇ ਦੱਸ ਰਹੇ ਆ, ਜਿਹੜੇ FD ਵਗੈਰਾ ਲੋਕੀ ਦੱਸਦੇ ਅਸੀਂ FD ਕਰਾਉਣ ਵਾਸਤੇ ਦਿੱਤੇ, ਕੋਈ ਹੋਰ ਤਰ੍ਹਾਂ ਦੱਸਦਾ, ਜਾਂ ਕੋਈ ਕਹਿੰਦੇ ਅਸੀਂ ਸੇਵਿੰਗ ਅਕਾਊਂਟ ਜਮ੍ਹਾਂ ਕਰਾਉਣ ਵਾਸਤੇ ਦਿੱਤੇ ਸੀ। ਉਹਨਾਂ ਦਾ ਨਾ ਲੋਕੀ ਕੁਝ ਦੱਸ ਰਹੇ ਰਿਕਾਰਡ, ਨਾ ਜੇ ਉਹ ਦੱਸ ਰਹੇ ਆ, ਉਹਦੇ ਸੰਬੰਧੀ ਕੋਈ ਨਹੀਂ ਹੈ। 1 ਕਰੋੜ 24-25 ਲੱਖ ਤਾਂ ਉਹ ਮੰਨਦੇ ਆ। ਸਰ ਇਹਦੇ 'ਚ ਅਗਰ ਜੇ ਨਹੀਂ ਸਹਿਮਤੀ ਬਣਦੀ ਜਾਂ ਨਹੀਂ ਪੈਸੇ ਮੋੜਦੇ, ਫਿਰ ਕਿੱਦਾਂ ਦੀ ਕਾਰਵਾਈ ਜਿਹੜੀ ਹੈਗੀ ਰਹੂਗੀ ਪੁਲਿਸ? ਫਿਰ ਤਾਂ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਹੋਣਾ ਜੀ, ਜੋ ਬਣਦੀ ਆਪਾਂ DA ਸਾਹਿਬ ਦੀ ਰਿਪੋਰਟ ਲੈ ਕੇ ਜੋ ਬਣਦੀ ਕਾਰਵਾਈ ਕਰਨੀ ਹੈ। ਸਰ ਇਹਦੇ 'ਚ ਪਾਰਟੀ ਲੋਕ ਜਿਹੜੇ ਸ਼ਿਕਾਇਤਾਂ ਨੇ, ਪਾਰਟੀ ਕਿਹਨੂੰ ਬਣਾ ਰਹੇ ਆ ਲੋਕ ਜਿਹੜੇ ਹੈਗੇ ਆ? ਪਾਰਟੀ ਦਾ ਦੇਖੋ ਜੀ, ਜੇ ਮੇਨ ਤਾਂ ਜਿਹੜੀ ਹਰਜੀਤ ਕੌਰ ਏਜੰਟ ਹੈ, ਹੁਣ ਲੋਕੀ ਕਹਿੰਦੇ ਵੀ ਅਸੀਂ ਉਹਦੇ ਘਰ ਪੈਸੇ ਫੜਾ ਕੇ ਆਉਂਦੇ ਰਹੇ ਹਾਂ, ਜਿੱਦਾਂ ਉਹਦੇ ਹਸਬੈਂਡ ਨੂੰ ਵੀ ਫੜਾਏ ਹੋਣਗੇ, ਬੱਚਿਆਂ ਨੂੰ ਫੜਾਏ ਹੋਣਗੇ, ਪਰ ਜਿਹੜੀ ਮੇਨ ਬਣਦੀ ਹੈ ਉਹ ਸਭ ਤੋਂ ਪਹਿਲਾਂ ਹਰਜੀਤ ਕੌਰ ਬਣਦੀ। ਬਾਕੀ ਜੋ ਵੀ DA ਸਾਹਿਬ ਤੋਂ ਰਾਏ ਲਵਾਂਗੇ, ਜੋ ਬਣਦੇ ਉਸ ਕਰਾਂਗੇ ਜ਼ਰੂਰ। ਸਰ ਇਹਦੇ 'ਚ ਇਹ ਵੀ ਜਾਂਚ ਕੀਤੀ, ਲੋਕਾਂ ਨੇ ਕਹਿਣਾ ਕਿ ਜਿਹੜਾ ਪੈਸਾ ਦੇ ਰਹੇ ਸੀਗੇ ਉਹ ਪੈਸੇ ਨਾਲ ਆਪਣੀ ਬੇਟੀ ਜਾਂ ਬੇਟਾ ਜਿਹੜਾ ਹੈਗਾ PR ਕਰਵਾਇਆ, ਆਸਟ੍ਰੇਲੀਆ ਭੇਜੇ, ਪ੍ਰਾਪਰਟੀਆਂ ਖਰੀਦੀਆਂ, ਤੇ ਇਹ ਜਾਂਚ ਵਿੱਚ ਇਹ ਵੀ ਚੈੱਕ ਕੀਤਾ ਜਾਊਗਾ? ਫਿਰ ਦੇਖੋ ਉਹ ਤਾਂ ਜੋ ਮੁਕੱਦਮਾ ਦਰਜ ਹੋਏਗਾ ਫਿਰ ਬਾਅਦ 'ਚ ਤਫਤੀਸ਼ 'ਚ ਆਏਗਾ ਜੋ ਵੀ ਆਉਣਾ ਜੀ। ਅਜੇ ਫਿਲਹਾਲ ਕੁਝ ਨਹੀਂ ਕਹਿ ਸਕਦੇ ਇਹਨਾਂ ਸੰਬੰਧੀ। ਬਿਊਰੋ ਰਿਪੋਰਟ, ਸਫਰ TV।